ਨਮਸਕਾਰ ਇਨਸਾਫ ਟੀਵੀ ਦੇਖ ਰਹੇ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਹੈ। ਅੱਜ ਭਾਜਪਾ ਪ੍ਰਧਾਨ ਪਰਮਿੰਦਰ ਸਿੰਘ ਗਿੱਲ ਮੌਜੂਦਾ ਹਾਲਾਤਾਂ ਦੇ ਉੱਪਰ ਖੁੱਲ੍ਹ ਕੇ ਆਏ ਸਾਹਮਣੇ, ਜਿੱਥੇ ਉਹਨਾਂ ਨੇ ਕਾਂਗਰਸ ਅਤੇ ਅਕਾਲੀਆਂ ਦੇ ਉੱਪਰ ਕੀਤੇ ਸ਼ਬਦੀ ਵਾਰ। ਦੇਖੋ ਇਨਸਾਫ ਟੀਵੀ ਤੇ ਬਿਊਰੋ ਦੀਪਕ ਸੈਣੀ ਦੇ ਨਾਲ ਪਰਮਿੰਦਰ ਸਿੰਘ ਗਿੱਲ ਦੀ ਖਾਸ ਗੱਲਬਾਤ। ਸਰ, ਦੁਸ਼ਹਿਰੇ ਦੇ ਪਵਿੱਤਰ ਦਿਹਾੜ ਦੇ ਉੱਪਰ ਰਾਵਣ ਦੇ ਪੁਤਲਿਆਂ ਦੇ ਉੱਪਰ ਪ੍ਰਧਾਨ ਮੰਤਰੀ ਜੀ ਦੀ ਪੋਸਟਰ ਲਗਾ ਕੇ ਸਾੜੇ ਗਏ ਆ, ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਰਾਜਨੀਤੀ ਜਿਹੜੀ ਆ ਕੀਤੀ ਗਈ ਹੈ ਕਿ ਜਾਂ ਕਿਸ ਤਰ੍ਹਾਂ ਦੇਖਦੇ ਹੋ ਦੇਸ਼ ਦੇ ਮਾਹੌਲ ਦੇ ਵਿੱਚ ਪਵਿੱਤਰ ਤਿਉਹਾਰ ਦੇ ਉੱਪਰ ਅਜਿਹਾ ਕੀਤਾ ਗਿਆ ਹੈ? ਦੇਖੋ, ਸਭ ਤੋਂ ਪਹਿਲਾਂ ਤੇ ਅਧਿਆਤਮਿਕ ਦ੍ਰਿਸ਼ਟੀ ਦੇ ਨਾਲ ਦੇਖਣਾ ਪਏਗਾ। ਸਰ, ਦੁਸ਼ਹਿਰੇ ਦਾ ਮਤਲਬ ਕੀ ਹੈ? ਸਾਡੇ ਪੁਰਾਤਨ ਸੰਸਕ੍ਰਿਤੀ ਦੇ ਮੁਤਾਬਕ, ਭਾਰਤੀ ਸੰਸਕ੍ਰਿਤੀ ਦੇ ਮੁਤਾਬਕ ਜਦੋਂ ਜੀਵ ਆਪਣਾ ਸਰੀਰ ਛੱਡ ਜਾਂਦਾ ਹੈ ਤੇ ਉਹਦਾ ਅਲੱਗ-ਅਲੱਗ ਤਰੀਕੇ ਦੇ ਨਾਲ ਅੰਤਿਮ ਜਿਹੜੀਆਂ ਰਸਮਾਂ ਉਹ ਨਿਭਾਈਆਂ ਜਾਂਦੀਆਂ ਨੇ। ਦੁਸ਼ਹਿਰਾ ਮਤਲਬ ਦਸਵਾਂ, ਇਹ ਇੱਕ ਪਵਿੱਤਰਤਾ ਦਾ ਪ੍ਰਤੀਕ ਹੈਗਾ ਔਰ ਇਹ ਇੱਕ ਬ੍ਰਹਮ ਯੋਗੀ ਹੋਣ ਕਰਕੇ, ਇੱਕ ਰਿਸ਼ੀ ਮੁਨੀ ਹੋਣ ਕਰਕੇ, ਇੱਕ ਬਹੁਤ ਵੱਡਾ ਧਰਮਾਤਮਾ ਹੋਣ ਕਰਕੇ, 4 ਵੇਦਾਂ 6 ਸ਼ਾਸਤਰਾਂ ਦਾ ਗਿਆਤਾ ਹੋਣ ਕਰਕੇ ਰਾਵਣ ਨੂੰ ਦੁਸ਼ਹਿਰੇ ਦਾ ਸੁਭਾਗ ਪ੍ਰਾਪਤ ਹੋਇਆ। ਅਧਿਆਤਮਿਕ ਦ੍ਰਿਸ਼ਟੀ ਨਾਲ ਵੇਖੀਏ ਅਸੀਂ ਤੇ ਨਵਰਾਤਰ ਜਿਹੜੇ ਨੇ ਉਹ ਕੁਦਰਤ ਦੀ ਅੱਖ ਖੁੱਲ੍ਹਣ ਤੋਂ ਲੈ ਕੇ ਪ੍ਰਕਿਰਤੀ ਦੀਆਂ, ਕੁਦਰਤ ਦੀਆਂ ਅਲੱਗ-ਅਲੱਗ ਅਵਸਥਾਵਾਂ ਦਾ ਵਰਣਨ ਨੇ। ਨਵਮੀ ਰਾਮ ਦੀ ਹੈ, ਜੋ ਨਾ ਘਟਦੇ ਆ ਤੇ ਨਾ ਵੱਧਦੇ ਆ, ਤੇ ਜਦੋਂ ਉਹ ਨਵਮੀ ਜਿਹੜੀ ਸਥਿਤ ਪ੍ਰਗਟ ਦੀ ਸਥਿਤੀ ਆ ਗਈ, ਬ੍ਰਹਮ ਗਿਆਨੀ ਦੀ ਸਥਿਤੀ ਆ ਗਈ, ਉਹਦੇ ਬਾਅਦ ਦੁਸ਼ਹਿਰਾ ਉਸੇ ਆਦਮੀ ਦਾ ਮਨਾਇਆ ਜਾਂਦਾ ਜਿਹੜਾ ਕਿ ਬ੍ਰਹਮਲੀਨ ਹੋਣ ਵਾਲਾ ਹੁੰਦਾ। ਸਾਡੇ ਬਾਅਦ ਦੇ ਸਮੇਂ ਦੇ ਵਿੱਚ ਗੁਰੂ ਮਹਾਰਾਜ ਨੇ, ਗੁਰੂ ਸਾਹਿਬਾਨ ਨੇ ਦੁਸ਼ਹਿਰੇ ਦੀ ਪ੍ਰਥਾ ਆਰੰਭ ਕੀਤੀ, ਜਿਹਨੂੰ ਅਸੀਂ ਦਸਵਾਂ ਕਹਿੰਦੇ ਹਾਂ। ਦਸਵਾਂ ਸੀ ਕਿ ਦਸਵਾਂ ਹੋ ਗਿਆ, ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੇ ਜੋ ਦਸਵਾਂ ਹੋ ਗਿਆ। ਐਕਚੁਅਲੀ ਇਹ ਇੱਕ ਗੁਰਮਤਿ ਨੂੰ ਪ੍ਰਾਪਤ ਹੋਣ ਵਾਲੀ ਅਵਸਥਾ, ਇੱਕ ਰਿਸ਼ੀ ਮੁਨੀ ਨੂੰ ਪ੍ਰਾਪਤ ਹੋਣ ਵਾਲੀ ਅਵਸਥਾ, ਜਿਹਦੇ ਤੇ ਗੁਰੂਆਂ ਦਾ ਆਸ਼ੀਰਵਾਦ ਰਿਹਾ ਹੋਏ ਕਿ ਬਹੁਤ ਵੱਡਾ ਧਰਮਾਤਮਾ ਸੰਤ ਮਹਾਂਪੁਰਸ਼ ਹੋਏ, ਉਹਦਾ ਦੁਸ਼ਹਿਰਾ ਮਨਾਇਆ ਜਾਂਦਾ। ਔਰ ਰਾਜਨੀਤਿਕ ਦ੍ਰਿਸ਼ਟੀ ਦੇ ਨਾਲ ਅਗਰ ਦੇਖਿਆ ਜਾਏ ਤੇ ਡੈਮੋਕ੍ਰੇਸੀ ਹੈ ਸਾਡੇ ਇੱਥੇ, ਲੋਕਤੰਤਰ ਦੇ ਵਿੱਚ ਹਰ ਆਦਮੀ ਨੂੰ ਹਰ ਤਰੀਕੇ ਦੀ ਆਜ਼ਾਦੀ ਮਿਲੀ ਹੋਈ ਹੈ। ਲੇਕਿਨ ਮੈਂ ਇਹ ਸਮਝਣਾ ਕਿ ਸਾਰੇ ਭੈਣ ਭਰਾਵਾਂ ਨੂੰ ਬੜੀਆਂ ਬਰੀਕੀਆਂ ਦਾ ਪਤਾ ਨਹੀਂ ਹੁੰਦਾ। ਕੁਝ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਮਨ 'ਚ ਰੋਸ਼ ਵੀ ਹੋ ਸਕਦਾ ਹੈ, ਕੁਝ ਆਮ ਜਨਤਾ ਦੇ ਮਨ 'ਚ ਵੀ ਕਈ ਵਾਰ ਰੋਸ਼ ਆ ਜਾਂਦਾ। ਸੁਭਾਵਿਕ ਜਿਹੀ ਗੱਲ ਹੈ। ਕਈ ਚੀਜ਼ਾਂ ਜਿੰਨਾ ਚਿਰ ਪੂਰੇ ਤਰੀਕੇ ਨਾਲ ਕਲੀਅਰ ਨਾ ਹੋਣ ਉਹਨਾਂ ਚਿਰ ਇਹ ਛੋਟੀਆਂ-ਮੋਟੀਆਂ ਸ਼ੰਕਾਵਾਂ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ। ਲੇਕਿਨ ਇਹ ਤੇ ਸੁਨਿਯੋਜਿਤ ਸੀ। ਪੰਜਾਬ ਸਰਕਾਰ ਜਿਹੜੀ ਹੈ ਉਹ ਇਹ ਸਭ ਕੁਝ ਕਰਾ ਰਹੀ ਸੀਗੀ। ਕਈ ਉੱਚ ਅਧਿਕਾਰੀਆਂ ਦੇ ਨਾਲ ਮੇਰੀ ਫੋਨ 'ਤੇ ਇਸ ਸੰਬੰਧ 'ਚ ਗੱਲ ਹੋਈ। ਪਹਿਲਾਂ ਹੀ ਸਾਰੀ ਜਾਣਕਾਰੀ ਮਿਲ ਚੁੱਕੀ ਸੀ। ਇਹ ਸਾਰੀ ਦੁਨੀਆ ਨੂੰ ਪਤਾ ਕਿ ਪੁਤਲਿਆਂ ਦਾ ਆਈਡੀਆ ਦੇਣ ਵਾਲਾ ਕੌਣ ਸੀਗਾ। ਮੋਦੀ ਜੀ ਦੇ ਪੁਤਲੇ ਕਿਹਦੀ ਸ਼ਹਿਤ ਜਲਾਏ ਗਏ ਨੇ। ਕੈਪਟਨ ਅਮਰਿੰਦਰ ਸਿੰਘ ਦੀ ਕਦੀ ਇੱਜ਼ਤ ਹੁੰਦੀ ਸੀ ਸਾਰੀ ਦੁਨੀਆ ਦੀ ਨਜ਼ਰ ਦੇ ਵਿੱਚ, ਲੇਕਿਨ ਹੁਣ ਜਦੋਂ ਆਪਣਾ ਕਾਰਜਕਾਲ ਪੂਰਾ ਕਰਕੇ ਜਾਣਗੇ ਤੇ ਕੋਈ ਉਹਨਾਂ ਨੂੰ ਯਾਦ ਵੀ ਨਹੀਂ ਕਰੇਗਾ ਜਿਸ ਤਰੀਕੇ ਦੇ ਕੰਮ ਉਹ ਕਰਕੇ ਗਏ ਨੇ। ਦੇਸ਼ ਦਾ ਪ੍ਰਧਾਨ ਮੰਤਰੀ ਹੈ ਔਰ ਫਿਰ ਵੀ ਪੁਤਲਾ ਕਿਸੇ ਦਾ ਸਾਥ ਦੇਣਾ, ਮੈਂ ਨਹੀਂ ਕਹਿੰਦਾ ਕਿ ਸਾਰੇ ਬੰਦੇ ਇੱਕ ਆਦਮੀ ਤੋਂ ਸੈਟਿਸਫਾਈਡ ਹੋਣ। ਲੋਕਤੰਤਰ ਦੇ ਵਿੱਚ ਕੋਈ ਬਹੁਤ ਵੱਡੀ ਘਟਨਾ ਨਹੀਂ, ਲੇਕਿਨ ਦੁਸ਼ਹਿਰੇ ਤੇ ਬਹੁ ਸੰਖਿਅਕ ਸਮੁਦਾਇ ਦੀਆਂ ਜਿਹੜੀਆਂ ਸਾਰੇ ਦੇਸ਼ ਵਾਸੀਆਂ ਦੀਆਂ, ਕਿਸੇ ਇੱਕ ਸਮੁਦਾਇ ਦਾ ਵੀ ਨਹੀਂਗਾ ਦੁਸ਼ਹਿਰਾ, ਸਾਰੇ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਤੇ ਉਸ ਪਵਿੱਤਰ ਦਿਨ ਦੇ ਵਿੱਚ ਇਹ ਸਭ ਕੁਝ ਕਰਨਾ ਮੈਂ ਸਮਝਦਾ ਧਾਰਮਿਕ ਭਾਵਨਾਵਾਂ ਦੇ ਨਾਲ ਖਿਲਵਾੜ ਕਰਨ ਵਾਲੀ ਗੱਲ ਹੈ ਔਰ ਇਹ ਨਿੰਦਾਯੋਗ ਹੈਗਾ। ਔਰ ਨਿੰਦਾਯੋਗ ਉਹ ਲੋਕ ਭੈਣ ਭਰਾ ਨਹੀਂ ਹੈਗੇ ਜਿਨ੍ਹਾਂ ਨੇ ਕਿ ਇਹ ਸਭ ਕੁਝ ਕਰ ਦਿੱਤਾ। ਨਿੰਦਾਯੋਗ ਉਹ ਲੋਕ ਨੇ ਜਿਨ੍ਹਾਂ ਨੇ ਪਰਦੇ ਦੇ ਪਿੱਛੇ ਰਹਿ ਕੇ ਆਪਣੀ ਸ਼ਾਹ ਦੇ ਉੱਤੇ ਸਭ ਕੁਝ ਕਰਾਇਆ। ਗੁਰਦਾਸਪੁਰ 'ਚ ਇੱਕ ਕੈਬਨਿਟ ਵਜ਼ੀਰ ਖੁਦ ਉੱਥੇ ਪਹਿਲਾਂ ਪੁਤਲਾ ਸੜ ਰਿਹਾ ਹੈਗਾ ਤੇ ਨਾਲ ਹੀ ਫਿਰ ਉੱਥੇ ਪਹੁੰਚ ਰਿਹਾ ਹੈਗਾ ਕੈਬਨਿਟ ਵਜ਼ੀਰ ਸਾਡਾ ਗੁਰਦਾਸਪੁਰ ਦਾ। ਕੀ ਕਹੋਗੇ ਤੁਸੀਂ? ਇਹ ਸ਼ਰਮ ਆਉਣੀ ਚਾਹੀਦੀ ਇਹਨਾਂ ਨੂੰ। ਇਹਨਾਂ ਦਾ ਕੋਈ ਦੀਨ ਮਜ਼ਹਬ ਮਾਨ ਨਹੀਂ ਬਚਿਆ ਹੋਇਆ ਔਰ ਇਹ ਘਟਨਾ ਕਿਸੇ ਵੀ ਤਰ੍ਹਾਂ ਦੇ ਨਾਲ ਜਾਇਜ਼ ਨਹੀਂ ਠਹਿਰੀ। ਸਰ, ਸਰਕਾਰ ਨੇ ਇੱਕ ਫੈਸਲਾ ਲਿਆ, ਸੈਂਟਰ ਸਰਕਾਰ ਨੇ, ਕਿ ਮਾਲ ਗੱਡੀਆਂ ਜਿਹੜੀਆਂ ਹੁਣ ਪੰਜਾਬ ਦੇ ਵਿੱਚ ਨਹੀਂ ਆਉਣਗੀਆਂ। ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਫਿਰ ਉਹੀ ਗੱਲ ਆ, ਮੈਂ ਦੁਆ कहता रहा वो दगा लिखते रहे, मैं दुआ कहता रहा वो दगा लिखते रहे, एक नुक्ते ने बनाया महरम से मुजरिम मुझे। छोटी जी गल समझने की दिक्कत हैगी है, कोई गल नहीं। IB ਦੀਆਂ ਇਨਪੁਟਸ ਹੁੰਦੀਆਂ, ਇੰਟੈਲੀਜੈਂਸ ਦੀਆਂ ਇਨਪੁਟਸ ਹੁੰਦੀਆਂ। ਜਦੋਂ ਕਿਸੇ ਵੀ ਸਟੇਟ ਦੇ ਵਿੱਚ ਕੋਈ ਐਜੀਟੇਸ਼ਨ ਚੱਲ ਰਿਹਾ ਹੋਵੇ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਜਿੱਥੇ ਕਿ ਕਾਂਗਰਸ ਹਾਲਾਤ ਖਰਾਬ ਕਰਨਾ ਚਾਹੁੰਦੀ ਹੈ, ਪੁਤਲੇ ਤੇ ਸਾੜੇ ਜਾਣੇ ਚਾਹੀਦੇ ਸੀਗੇ ਉਹਨਾਂ ਲੋਕਾਂ ਦੇ ਜਿਨ੍ਹਾਂ ਲੋਕਾਂ ਨੇ 84 ਦੇ ਦੰਗੇ ਕਰਾਏ ਸੀ। ਪੁਤਲੇ ਤੇ ਸਾੜੇ ਜਾਣੇ ਚਾਹੀਦੇ ਸੀ ਉਹਨਾਂ ਲੋਕਾਂ ਦੇ ਜਿਨ੍ਹਾਂ ਲੋਕਾਂ ਨੇ ਪੰਜਾਬ ਦੇ ਵਿੱਚ ਭਰਾ ਨੂੰ ਭਰਾ ਦਾ ਦੁਸ਼ਮਣ ਬਣਾਇਆ।
ਉਹਨਾਂ ਲੋਕਾਂ ਦੇ ਪੁਤਲੇ ਸਾੜੇ ਦੁਸ਼ਹਿਰੇ ਦੇ ਦਿਨ ਤੇ ਉਹ ਵੀ ਨਹੀਂ ਸਾੜੇ ਜਾਣੇ ਚਾਹੀਦੇ ਸੀ। ਦੁਸ਼ਹਿਰੇ ਦੇ ਦਿਨ ਤੇ ਕਿਸੇ ਦਾ ਪੁਤਲਾ ਨਹੀਂ ਸਾੜੇ ਜਾਣਾ ਚਾਹੀਦਾ, ਲੇਕਿਨ ਉਹਨਾਂ ਲੋਕਾਂ ਦੇ ਪੁਤਲੇ ਸਾੜੇ ਜਾਣੇ ਚਾਹੀਦੇ ਸੀਗੇ। ਵਿਧਾਨ ਸਭਾ ਦੇ ਵਿੱਚ ਪ੍ਰਸਤਾਵ ਪਾਰਿਤ ਕੀਤਾ, ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਹੜੀ ਚੀਜ਼ ਉਹਦੇ ਹਥਿਆਰ ਦੇ ਵਿੱਚ ਹੀ ਨਹੀਂ, ਉਹ ਕਰਦੇ ਵੀ ਉਹਦਾ ਫਾਇਦਾ ਕੀ ਹੈ, ਉਹ ਪੋਸੀਬਲ ਹੀ ਨਹੀਂ। ਲੇਕਿਨ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਮਤਾ ਇਹ ਜ਼ਰੂਰ ਪਾਸ ਕਰਨਾ ਚਾਹੀਦਾ ਸੀ ਵਿਧਾਨ ਸਭਾ 'ਚ, ਜੇ ਇੰਨਾ ਹੀ ਜਿੰਦਾ ਜ਼ਮੀਰ ਹੈ ਔਰ ਕੈਪਟਨ ਅਮਰਿੰਦਰ ਸਿੰਘ ਜੀ ਅਗਰ ਇੰਨੇ ਹੀ ਜਿੰਦਾ ਜ਼ਮੀਰ ਨੇ ਤੇ ਉਹਨਾਂ ਨੂੰ ਇੱਕ ਮਤਾ ਪਾਸ ਕਰਨਾ ਚਾਹੀਦਾ ਕਿ 84 ਦੇ ਦੰਗੇ ਕਰਵਾਉਣ ਵਾਲੇ ਤੋਂ ਭਾਰਤ ਰਤਨ ਮਰਨੋਪਰੰਤ ਵੀ ਵਾਪਸ ਲੈਣਾ ਚਾਹੀਦਾ ਔਰ ਉਹਨਾਂ ਦੇ ਪਰਿਵਾਰ ਦੇ ਨਾਂ ਤੇ ਇੱਕ ਪਰਿਵਾਰ ਨੇ ਸਾਰੇ ਅਦਾਰੇ ਬਣਾ ਕੇ ਰੱਖੇ ਹੋਏ ਨੇ। ਅੱਜ ਨਰਿੰਦਰ ਮੋਦੀ ਜੀ ਦੀ ਸਰਕਾਰ ਨੇ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਉਪਰਾਲਾ ਕਰ ਰਹੀ ਹੈ ਕਿ ਬਾਲ ਦਿਵਸ ਛੋਟੇ ਸਾਹਿਬਜ਼ਾਦਿਆਂ ਦੇ ਨਾਂ ਦੇ ਉੱਤੇ ਮਨਾਇਆ ਜਾਏ, ਸਾਹਿਬਜ਼ਾਦਿਆਂ ਦੇ ਨਾਂ ਤੇ ਮਨਾਇਆ ਜਾਏ। ਕੀ ਕਦੀ ਇਹਨਾਂ ਨੇ ਵੀ ਕੀਤਾ? ਸਾਰੀ ਪੰਜਾਬ ਦੀ ਸੰਸਕ੍ਰਿਤੀ, ਸਾਰਾ ਕਲਚਰ, ਸਾਰਾ ਇਤਿਹਾਸ ਖਤਮ ਕਰਨ ਵਾਲੇ, ਝੂਠੇ ਇਨਕਾਊਂਟਰ ਕਰਨ ਵਾਲੇ, ਧਾਰਮਿਕ ਸਥਾਨਾਂ ਦਾ ਅਪਮਾਨ ਕਰਨ ਵਾਲੇ, ਭਰਾ ਨੂੰ ਭਰਾ ਦਾ ਦੁਸ਼ਮਣ ਬਣਾਉਣ ਵਾਲੇ ਲੋਕ ਅੱਜ ਅਗਰ ਇਹ ਕਰ ਰਹੇ ਨੇ ਤੇ ਆਪਣੇ ਆਪ ਨੂੰ ਬੜਾ ਵੱਡਾ ਰਾਸ਼ਟਰਵਾਦੀ ਸਾਬਿਤ ਕਰਨ ਦੀ ਕੋਸ਼ਿਸ਼ ਕਰਨ ਦੇ ਨੇ ਤੇ ਬੜੀ ਦੁੱਖ ਤੇ ਤਕਲੀਫ ਵਾਲੀ ਗੱਲ ਹੈ। ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਜਿਹੜੀ ਟ੍ਰੇਨਾਂ ਬੰਦ ਕਰਨ ਵਾਲੀ ਤੁਸੀਂ ਗੱਲ ਕੀਤੀ ਹੈ, ਰਿਪੋਰਟਸ ਹੁੰਦੀਆਂ, IB ਦੀਆਂ ਰਿਪੋਰਟਸ ਆਉਂਦੀਆਂ, ਦੂਸਰੀਆਂ ਜਾਂਦੀਆਂ ਔਰ ਇਹੋ ਜਿਹੇ ਜਿਹੜੇ ਫੈਸਲੇ ਹੁੰਦੇ ਹਮੇਸ਼ਾ ਲਈ ਨਹੀਂ ਹੁੰਦੇ। ਫॉर ਟਾਈਮ ਬੀਇੰਗ ਇਹ ਕੁਝ ਹਾਲਾਤਾਂ ਨੂੰ ਦੇਖ ਕੇ ਸਰਕਾਰ ਨੇ ਫੈਸਲਾ ਲਿਆ ਹੋਵੇਗਾ ਔਰ ਮੈਨੂੰ ਲੱਗਦਾ ਕਿ ਇਹ ਸਦਾ ਲਈ ਇਹ ਫੈਸਲਾ ਨਹੀਂ ਹੈਗਾ, ਬਹੁਤ ਜਲਦੀ ਇਹ ਸਾਰਾ ਦੁਬਾਰਾ। ਸਰ, ਤੁਸੀਂ ਇਹ ਫੈਸਲਿਆਂ ਦੀ ਗੱਲ ਕਰ ਰਹੇ ਹੋ। ਇੱਕ ਹਾਥਰਸ ਦੇ ਵਿੱਚ ਇੱਕ ਘਟਨਾ ਵਾਪਰਦੀ ਹੈ, ਇੱਕ ਬੱਚੀ ਨਾਲ ਦੁਸ਼ਕਰਮ ਹੁੰਦਾ ਤੇ ਕਾਂਗਰਸ ਸਰਕਾਰ ਉਹਨੂੰ ਬੜਾ ਹਾਈ-ਫਾਈ ਦਿਖਾਉਂਦੀ ਹੈ ਤੇ ਸਾਡੇ ਟਾਂਡੇ ਦੇ ਵਿੱਚ ਵੀ ਇੱਕ ਬੱਚੀ ਨਾਲ ਦੁਸ਼ਕਰਮ ਹੁੰਦਾ ਤੇ ਉਹਦੀ ਉਸ ਵਕਤ ਤੱਕ ਕੈਪਟਨ ਸਰਕਾਰ ਸੀ, ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਕ੍ਰਿਸ਼ਨ ਮਹਾਰਾਜ ਨੇ ਜਦੋਂ ਕਰਨ ਤੋਂ ਉਹਦੀ ਅੰਤਿਮ ਇੱਛਾ ਪੁੱਛੀ ਸੀ ਦੁਆਪਰ ਯੁੱਗ ਦੇ ਵਿੱਚ, ਤੇ ਉਹ ਕਰਨ ਨੇ ਆਪਣੀ ਅੰਤਿਮ ਇੱਛਾ ਦੱਸੀ ਸੀ ਕਿ ਹੇ ਮਾਧਵ, ਮੇਰਾ ਸੰਸਕਾਰ ਉਸ ਜਗ੍ਹਾ ਤੇ ਕਰਨਾ ਜਿੱਥੇ ਕਦੇ ਪਾਪ ਨਾ ਹੋਇਆ। ਅੱਜ ਦੀ ਸਾਰੀ ਜਗ੍ਹਾ ਵੀ ਉੱਥੇ ਸੀਗੀਆਂ ਉਸ ਟਾਈਮ ਸੰਸਾਰ 'ਚ, ਲੇਕਿਨ ਸ਼੍ਰੀ ਕ੍ਰਿਸ਼ਨ ਮਹਾਰਾਜ ਨੂੰ ਜਦੋਂ ਕੋਈ ਜਗ੍ਹਾ ਇਹੋ ਜਿਹੀ ਨਹੀਂ ਮਿਲੀ ਕਿ ਉਹਨਾਂ ਨੇ ਆਪਣੀ ਯੋਗ ਮਾਇਆ ਦੇ ਨਾਲ ਆਪਣੀ ਹਥੇਲੀ ਤੇ ਕਰਨ ਦਾ ਸੰਸਕਾਰ ਕੀਤਾ। ਇਹਦਾ ਮਤਲਬ ਸੰਸਾਰ ਦੇ ਹਰ ਕੋਨੇ ਤੇ ਪਾਪ ਹੋਇਆ। ਇਹ ਜਿਹੜੀ ਘਟਨਾ ਅਤ ਨਿੰਦਾ ਯੋਗ ਹੈ, ਪਿਸ਼ਾਚਿਕ ਘਟਨਾ ਹੈਗੀ ਹੈ, ਪਰ ਪਿਸ਼ਾਚਿਕ ਵ੍ਰਿਤੀ ਦੇ ਲੋਕ ਵੀ ਤਾਂ ਸਾਡੇ ਸਮਾਜ 'ਚ ਰਹਿ ਰਹੇ ਨੇ। ਸੋ ਹਾਥਰਸ ਦੀ ਘਟਨਾ ਜਿਹੜੀ ਹੈ ਉਹ ਵੀ ਮਾੜੀ ਹੈ, ਜਿਹੜੀ ਇੱਥੇ ਸਾਡੇ ਪੰਜਾਬ 'ਚ ਘਟਨਾ ਹੋਈ ਹੈ ਇਹ ਵੀ ਬੇਹੱਦ ਮਾੜੀ ਹੈ, ਅਤ ਨਿੰਦਾ ਯੋਗ ਹੈ। ਲੇਕਿਨ ਇਹਨੂੰ ਕਿਸੇ ਇੱਕ ਧਰਮ ਦੇ ਨਾਲ ਜੋੜ ਕੇ ਵਿਖਾਣਾ, ਕਿਸੇ ਇੱਕ ਜਾਤ ਦੇ ਨਾਲ ਜੋੜ ਕੇ ਵਿਖਾਣਾ, ਕਿਸੇ ਨੂੰ ਟਾਰਗੇਟ ਕਰਨਾ, ਧਾਰਮਿਕ ਜਿਹੜੀ ਸੱਤਬੰਦੀ ਕਰਨੀ, ਆਪਸ ਦੇ ਵਿੱਚ ਇਹੋ ਜਿਹੇ ਹਾਲਾਤ ਪੈਦਾ ਕਰਨੇ, ਇਹ ਚੰਗੀ ਗੱਲ ਨਹੀਂ। ਹਰ ਇੱਕ ਜਾਤ, ਹਰ ਇੱਕ ਸਮੁਦਾਇ, ਹਰ ਇੱਕ ਧਰਮ 'ਚ ਚੰਗੇ ਤੋਂ ਚੰਗੇ ਲੋਕ ਵੀ ਨੇ ਤੇ ਮਾੜੇ ਤੋਂ ਮਾੜੇ ਲੋਕ ਵੀ ਨੇ। ਜਿਹੜੇ ਮਾੜੇ ਲੋਕ ਹੈ ਉਹਨਾਂ ਦੀ ਮਜ਼ੰਮਤ ਕਰਨੀ ਚਾਹੀਦੀ ਹੈ, ਉਹਨਾਂ ਦੀ ਨਿੰਦਾ ਕਰਨੀ ਚਾਹੀਦੀ ਹੈ ਔਰ ਜਿਹੜੇ ਚੰਗੇ ਲੋਕ ਨੇ ਉਹਨਾਂ ਨੂੰ ਬਿਨਾਂ ਕਿਸੇ ਸ਼ਰਤ ਤੋਂ ਸਮਰਥਨ ਦੇਣਾ ਚਾਹੀਦਾ ਤਾਂ ਕਿ ਸਾਡੀ ਇਹ ਜਿਹੜੀ ਪ੍ਰਕਿਰਿਆ ਹੈਗੀ ਹੈ ਸੰਸਾਰ ਦੀ ਵਿਵਸਥਾ ਜਿਹੜੀ ਉਹ ਡਗਮਗਾਏ। ਲਾਸਟ ਸਵਾਲ ਤੇ ਖਤਮ ਕਰਾਂਗਾ ਕਿ ਇਸ ਵਕਤ ਕਿਸਾਨ ਜਿਹੜੇ ਆ ਧਰਨਿਆਂ ਤੇ ਬੈਠੇ ਆ, ਕਿ ਰਾਜਨੀਤਿਕ ਪਾਰਟੀਆਂ ਆਪਣੀ ਵੋਟਾਂ ਦੇ ਕਾਰਨ ਪੰਜਾਬ ਦੇ ਇਸ ਸ਼ਾਂਤ ਮਾਹੌਲ ਨੂੰ ਗਲਤ ਦਿਸ਼ਾ ਵੱਲ ਨਹੀਂ ਲੈ ਜਾ ਰਹੇ? ਦੇਖੋ, ਮੈਨੂੰ ਇਹ ਲੱਗ ਰਿਹਾ ਹੈਗਾ ਕਿ ਕੁਝ ਨਾ ਕੁਝ ਪੰਜਾਬ 'ਚ ਸਾਈਕੋਲੋਜੀਕਲ ਪ੍ਰੋਬਲਮ ਹਮੇਸ਼ਾ ਤੋਂ ਰਹੀ ਹੈ, ਥੋੜ੍ਹੀ ਜਿਹੀ ਦਾ ਕਾਰਨ ਵੀ ਹੈ। ਇੱਕ ਦੇਸ਼ ਭਗਤਾਂ ਦੀ ਕੌਮ ਜਿਹਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਪੰਜਾਬ ਦੇਸ਼ ਦੇ ਇਤਿਹਾਸ ਦੇ ਵਿੱਚ ਪੰਜਾਬੀਆਂ ਨੇ, ਔਰ ਖਾਸ ਕਰਕੇ ਜਿਹੜੇ ਕਿਸਾਨ ਭਰਾ ਨੇ। ਮੈਂ ਪਹਿਲਾਂ ਵੀ ਬੜੀ ਦਫਾ ਕਹਿ ਚੁੱਕਿਆ ਕਿ ਕਿਸਾਨ ਦਾ ਪੁੱਤ ਹੀ ਫੌਜੀ ਬਣਿਆ ਔਰ ਸਾਡੀ ਦੁਨੀਆ ਦੇ ਇਤਿਹਾਸ ਦੀਆਂ ਲੜਾਈਆਂ ਵੇਖ ਲਓ, ਦੇਸ਼ ਦੀ ਆਜ਼ਾਦੀ ਦੀ ਲੜਾਈ ਵੇਖ ਲਓ, ਕਿਸਾਨਾਂ ਨੇ ਬਹੁਤ ਵੱਡਾ ਰੋਲ ਅਪਣਾਇਆ, ਖਾਸ ਕਰਕੇ ਪੰਜਾਬ ਤੇ ਹਰਿਆਣਾ ਵਾਲਿਆਂ ਨੇ। ਔਰ ਪੰਜਾਬੀਆਂ ਦਾ ਤਾਂ ਬੜਾ ਡਿਫਰੈਂਟ ਜਿਹਾ ਸਿਸਟਮ ਰਿਹਾ, ਬੜਾ ਸੈਕਰੀਫਾਈਸ ਕੀਤਾ। ਸੋ ਮੈਂ ਫਿਰ ਇਹ ਕਹਿੰਦੇ ਹਾਂ ਕਿ ਕਿਤੇ ਨਾ ਕਿਤੇ ਚਲੋ ਹੁੰਦਾ, ਕਈ ਵਾਰ ਕੋਈ ਚੀਜ਼ ਮੇਰੇ ਫਾਇਦੇ ਵਾਸਤੇ ਵੀ ਹੋਈ ਤੇ ਮੇਰੇ ਫਾਇਦੇ 'ਚ ਨਜ਼ਰ ਨਹੀਂ ਆਉਂਦੀ। ਮੈਂ ਤੇ ਇੱਕ ਸਟੈਪ ਅੱਗੇ ਜਾ ਕੇ ਕਹਿਣਾ ਚਾਹੁੰਦਾ ਕਿ ਜ਼ਰੂਰੀ ਨਹੀਂ ਕਿ ਅਸੀਂ ਕਿਸਾਨ ਭਰਾਵਾਂ ਨੂੰ ਸਮਝਾਈਏ। ਹੁਣ ਮੈਂ ਕੋਸ਼ਿਸ਼ ਲੱਗਾ ਕਰਨ, ਥੋੜਾ ਪਹਿਲਾਂ ਗੁੱਸਾ ਵੀ ਬੜਾ ਹੁੰਦਾ, ਕੋਈ ਮਿਲਣ ਵਾਸਤੇ ਤਿਆਰ ਵੀ ਨਹੀਂ ਹੁੰਦਾ। ਮੈਂ ਆਪਣੇ ਤੌਰ ਤੇ ਮੇਰੇ ਆਪਣੇ ਇਲਾਕੇ ਦੇ ਜਿਹੜੇ ਪ੍ਰਮੁੱਖ ਕਿਸਾਨ ਆਗੂ ਨੇ, 2-4 ਦਿਨ ਦੇ ਬਾਅਦ ਮੈਂ ਨੈਕਸਟ ਵੀਕ ਦੇ ਵਿੱਚ ਉਹਨਾਂ ਨੂੰ ਮਿਲਣ ਦਾ ਪ੍ਰੋਗਰਾਮ ਬਣਾ ਰਿਹਾ, ਕਿਉਂਕਿ ਜ਼ਰੂਰੀ ਨਹੀਂ ਕਿ ਅਸੀਂ ਹਰ ਗੱਲ ਕਿਸਾਨ ਭਰਾਵਾਂ ਨੂੰ ਸਮਝਾਈਏ, ਸਾਨੂੰ ਸਮਝਣ ਦੀ ਵੀ ਤਾਂ ਲੋੜ ਹੈ। ਅਸੀਂ ਜ਼ਰੂਰੀ ਨਹੀਂ ਕਿ ਹਰ ਗੱਲ ਸਮਝਾਣੀ ਹੈ, ਉਹ ਸਾਡੇ ਨਾਲੋਂ ਵੱਧ ਸਿਆਣੇ ਨੇ, ਸਾਡੇ ਨਾਲੋਂ ਵੱਧ ਸਿਆਣਪ ਉਹਨਾਂ ਦੇ ਵਿੱਚ, ਔਰ ਉਹ ਜਿਹੜੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰ ਰਹੇ ਨੇ, ਉਹ ਦੁਨੀਆ ਦੀ ਸਭ ਤੋਂ ਪ੍ਰੋਗਰੈਸਿਵ ਕਮਿਊਨਿਟੀਜ਼ ਦੇ ਵਿੱਚ ਇੱਕ ਹੈ। ਇੱਥੇ ਕਿਸਾਨਾਂ ਦੇ ਪੁੱਤਰ ਹੀ ਏਡੇ ਵੱਡੇ ਕਲਾਕਾਰ, ਏਡੇ ਵੱਡੇ ਫਨਕਾਰ ਹੋ ਕੇ ਗਏ ਨੇ। ਮੇਰੇ ਕੋਲ ਸ਼ਬਦ ਨਹੀਂ ਹੈਗੇ ਬਿਆਨ ਕਰਨ ਵਾਸਤੇ। ਸੋ ਸਾਨੂੰ ਇਹ ਚਾਹੀਦਾ ਕਿ ਜ਼ਰੂਰੀ ਨਹੀਂ ਕਿ ਅਸੀਂ ਸਮਝਣਾ ਹੀ ਹੈ, ਸਮਝਾਉਣਾ, ਅਸੀਂ ਸਮਝਾਉਣਾ ਨਹੀਂ, ਅਸੀਂ ਸਮਝ ਵੀ ਸਕਦੇ ਹਾਂ ਉਹਨਾਂ ਨੂੰ ਕਿ ਠੀਕ ਹੈ ਬਈ
ਆਪਾਂ ਕੋਈ ਹੱਲ ਨਿਕਲਣਾ ਚਾਹੀਦਾ ਲੋਕਤੰਤਰਿਕ ਤਰੀਕੇ ਦੇ ਨਾਲ, ਮੈਂ ਇਹ ਸਮਝਦਾ।